ਡੀਅਰ ਸਟੂਡੈਂਟ, ਲਾਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈ ਵਰਕ ਬਾਰੇ ਡਿਸਕਸ ਕਰ ਰਹੇ ਸੀ ਕਿ ਵਰਕ ਦਾ ਜਿਹੜਾ ਮੇਨ ਫਾਰਮੂਲਾ ਸਾਡੇ ਕੋਲ ਆਇਆ ਸੀਗਾ FS cos ਥੀਟਾ ਤੇ ਵਰਕ ਪੋਜ਼ਿਟਿਵ ਤੇ ਨੈਗੇਟਿਵ ਤੇ ਜ਼ੀਰੋ ਹੋ ਸਕਦਾ ਹੈ। ਪੋਜ਼ਿਟਿਵ ਵਰਕ ਦੀਆਂ ਐਗਜ਼ਾਮਪਲਸ ਜਿਹੜੀਆਂ ਨੇ ਅਸੀਂ ਪਿਛਲੇ ਲੈਕਚਰ ਵਿੱਚ ਡਿਸਕਸ ਕਰ ਚੁੱਕੇ ਹਾਂ ਤੇ ਅਸੀਂ ਨੈਗੇਟਿਵ ਵਰਕ ਡਨ ਦੀ ਐਗਜ਼ਾਮਪਲਸ ਬਾਰੇ ਜਿਹੜਾ ਆਪਾਂ ਡਿਸਕਸ ਕਰ ਰਹੇ ਸੀਗੇ। ਵਰਕ ਡਨ ਨੈਗੇਟਿਵ ਤਾਂ ਹੁੰਦਾ ਹੈ ਜੇਕਰ ਐਂਗਲ ਬਿਟਵੀਨ ਕਾਦੇ ਵਿੱਚ ਐਂਗਲ the force and displacement is greater than 90 degree। ਜੇ 90 ਤੋਂ ਜ਼ਿਆਦਾ ਐਂਗਲ ਹੈ, obtuse ਐਂਗਲ ਹੈ, ਫਿਰ ਸਾਡਾ ਜਿਹੜਾ ਹੈ ਉਹ ਵਰਕ ਡਨ ਜਿਹੜਾ ਹੈ ਉਹ ਨੈਗੇਟਿਵ ਆਉਂਦਾ ਹੈ, ਕਿਉਂਕਿ in that case the component of force F cos theta is in opposite direction to the displacement। ਉਹ displacement ਦੇ ਜਿਹੜਾ ਹੈ opposite ਹੋ ਜਾਂਦਾ ਹੈ। now ਸਾਡੇ ਕੋਲ ਜੇਕਰ ਐਂਗਲ ਗ੍ਰੇਟਰ ਦੈਨ ਆ ਗਿਆ ਥੀਟਾ, ਫੋਰ ਐਗਜ਼ਾਮਪਲ ਮੰਨ ਲਓ ਵੀ ਇਧਰ ਨੂੰ ਡਿਸਪਲੇਸਮੈਂਟ ਹੈ ਤੇ ਇਧਰ ਨੂੰ ਸਾਡੀ ਜਿਹੜੀ ਹੈ ਫੋਰਸ ਹੈ ਤੇ ਆਹ ਐਂਗਲ ਜਿਹੜਾ ਹੈ ਇਟ ਇਜ਼ ਗ੍ਰੇਟਰ ਦੈਨ 90 ਡਿਗਰੀ। ਜੇ 90 ਡਿਗਰੀ ਤੋਂ ਜ਼ਿਆਦਾ ਐਂਗਲ ਹੈ ਤੇ ਸਾਡਾ ਜਿਹੜਾ ਹੈ ਉਹ ਵਰਕ ਇਟ ਵਿਲ ਬੀ ਨੈਗੇਟਿਵ। ਨਾਓ ਇਹਦੀਆਂ ਅਸੀਂ ਐਗਜ਼ਾਮਪਲਸ ਨੂੰ ਡਿਸਕਸ ਕਰੀਏ। पहली एग्जाम्पल जी है वर्क डन अगेंस्ट द ग्रेविटी इज नैगेटिव। ग्रेविटी दे अगेंस्ट वर्क करिए ते ओ साडा जिहड़ा है वो नैगेटिव होएगा। प्लीज टेल व्हाट इज द डायरेक्शन ऑफ ग्रेविटेशनल फोर्स। जिहड़ी अर्थ दी ग्रेविटी किधर नूं है? डाउनवर्ड। ग्रेविटी डाउनवर्ड है क्योंकि अर्थ ने हर चीज नूं नीचे नूं खिंचना है। Gravity vertically downward। now suppose body is moving upward। मान लो बॉडी ऊपर ਨੂੰ ਜਾ ਰਹੀ ਹੈ ਪਰ gravity downward ਹੈ ਤੇ ਦੋਨੋਂ ਆਪਸ ਵਿੱਚ ਕੀ ਹੋ ਗਏ? opposite। for example the gravity is along this side and body is moving upward। displacement ਉੱਪਰ ਨੂੰ ਹੈ ਤੇ ਗ੍ਰੈਵਿਟੀ ਨੀਚੇ ਨੂੰ ਹੈ ਤੇ ਦੋਨਾਂ ਵਿੱਚ ਆਪੋਜ਼ਿਟ ਹੋਣ ਕਰਕੇ ਐਂਗਲ ਸਾਡਾ ਕਿੰਨਾ ਆਏਗਾ? 180 ਡਿਗਰੀ। ਅਸੀਂ ਗ੍ਰੈਵਿਟੀ ਦੇ ਅਗੇਂਸਟ ਜਾ ਰਹੇ ਹਾਂ ਦੈਨ ਤੇ ਜੇ 180 ਹੈ ਤੇ cos 180 ਦੀ ਵੈਲਿਊ ਕਿੰਨੀ ਹੁੰਦੀ ਹੈ? -1। ਤੇ ਸਾਡਾ ਜਿਹੜਾ ਹੈ ਵਰਕ ਡਨ ਉਹ ਨੈਗੇਟਿਵ ਹੋਏਗਾ। ਵਰਕ ਡਨ ਨੈਗੇਟਿਵ ਜਾਂ ਪੋਜ਼ਿਟਿਵ ਇਸ cos ਦੀ ਵੈਲਿਊ ਤੋਂ ਹੀ ਹੁੰਦਾ ਹੈ। ਜੇ cos ਪੋਜ਼ਿਟਿਵ ਆ ਗਿਆ ਤੇ ਪੋਜ਼ਿਟਿਵ ਵਰਕ ਡਨ, ਜੇ ਨੈਗੇਟਿਵ ਆ ਗਿਆ ਤੇ ਨੈਗੇਟਿਵ, ਤੇ ਜੇਕਰ ਕਿਤੇ cos ਦੀ ਵੈਲਿਊ ਜਿਹੜੀ ਹੈ 0 ਆ ਗਈ ਤੇ ਵਰਕ ਡਨ ਸਾਡਾ ਜਿਹੜਾ ਹੈ ਉਹ 0 ਵੀ ਹੋ ਸਕਦਾ ਹੈ। ਨਾਓ ਵਰਕ ਡਨ ਅਗੇਂਸਟ ਗ੍ਰੈਵਿਟੀ, ਪਹਿਲੀ ਐਗਜ਼ਾਮਪਲ ਵਰਕ ਡਨ ਅਗੇਂਸਟ ਗ੍ਰੈਵਿਟੀ ਇਜ਼ ਨੈਗੇਟਿਵ। ਨਾਓ the second example the work done by the frictional force। ਜਿਹੜੀ ਫ੍ਰਿਕਸ਼ਨ ਬਾਰੇ ਅਸੀਂ ਸਟੱਡੀ ਕੀਤਾ ਸੀ, ਵਰਕ ਡਨ ਬਾਈ ਫ੍ਰਿਕਸ਼ਨਲ ਫੋਰਸ ਇਜ਼ ਆਲਸੋ ਨੈਗੇਟਿਵ। ਉਹਦਾ ਵੀ ਵਰਕ ਡਨ ਨੈਗੇਟਿਵ ਹੋਏਗਾ ਬਿਕੋਜ਼ ਜੇਕਰ ਸਾਡੀ ਜਿਹੜੀ ਹੈ ਮੰਨ ਲਓ ਬੋਡੀ ਇਧਰ ਨੂੰ ਮੂਵ ਕਰ ਰਹੀ ਹੈ, ਮੰਨ ਲਓ ਸਪੋਜ਼ ਇਹ ਬਾਲ ਹੈ, ਬਾਲ ਜਿਹੜੀ ਹੈ ਇਧਰ ਨੂੰ ਜਿਹੜੀ ਹੈ ਮੂਵ ਕਰ ਰਹੀ ਹੈ along this side, then frictional force ਜਿਹੜੀ ਹੁੰਦੀ ਹੈ ਉਹ ਡਿਸਪਲੇਸਮੈਂਟ ਦੇ ਆਪੋਜ਼ਿਟ। ਬਾਲ ਇਧਰ ਨੂੰ ਜਾ ਰਹੀ ਹੈ ਤੇ ਫ੍ਰਿਕਸ਼ਨ ਜਿਹੜੀ ਹੈ ਇਟ ਇਜ਼ ਐਨ ਅਪੋਜ਼ਿੰਗ ਫੋਰਸ। ਇਹ ਤੁਸੀਂ 9th ਕਲਾਸ 'ਚ ਵੀ ਪੜਿਆ, +1 'ਚ ਵੀ ਹੈ ਕਿ ਫ੍ਰਿਕਸ਼ਨ ਇਜ਼ ਅਪੋਜ਼ਿੰਗ ਫੋਰਸ। ਜਿੱਧਰ ਨੂੰ ਡਿਸਪਲੇਸਮੈਂਟ ਆਉਂਦੀ ਆ ਉਹਦੇ ਅਗੇਂਸਟ ਐਕਟ ਕਰਦੀ ਹੈ। ਨਾਓ ਡਿਸਪਲੇਸਮੈਂਟ ਇਸ ਡਾਇਰੈਕਸ਼ਨ 'ਚ, ਫ੍ਰਿਕਸ਼ਨਲ ਫੋਰਸ ਆਪੋਜ਼ਿਟ ਹੈ ਤੇ ਜਿਹੜਾ ਆ ਐਂਗਲ ਬਣੇਗਾ ਸਾਡੇ ਕੋਲ ਅਗੇਨ 180 ਤੇ cos 180 ਕਿੰਨਾ ਹੁੰਦਾ ਹੈ? -1। ਤੇ ਇੱਥੇ ਮਾਈਨਸ ਹੋਣ ਕਰਕੇ ਸਾਡਾ ਜਿਹੜਾ ਹੈ ਵਰਕ ਵੀ ਨੈਗੇਟਿਵ ਹੋਏਗਾ। ਨਾਓ ਦੋ ਐਗਜ਼ਾਮਪਲਾਂ ਕਿਹੜੀਆਂ? ਵਰਕ ਡਨ ਅਗੇਂਸਟ ਗ੍ਰੈਵਿਟੀ ਇਟ ਇਜ਼ ਨੈਗੇਟਿਵ, ਦੂਸਰਾ ਵਰਕ ਡਨ ਬਾਈ ਦਾ ਫ੍ਰਿਕਸ਼ਨਲ ਫੋਰਸ ਇਟ ਇਜ਼ ਆਲਸੋ ਇਕੁਅਲ ਟੂ ਸਾਡੇ ਕੋਲ ਕਿੰਨਾ ਆਏਗਾ? ਨੈਗੇਟਿਵ ਆਏਗਾ। ਨਾਓ ਥਰਡ ਐਗਜ਼ਾਮਪਲ ਕੀ ਹੈ? when we apply the brakes। ਜਦੋਂ ਤੁਸੀਂ ਬ੍ਰੇਕ ਅਪਲਾਈ ਕਰਦੇ ਹੋ ਉਸ ਟਾਈਮ ਤੇ ਉੱਤੇ ਵਰਕ ਕਿਸ ਤਰ੍ਹਾਂ ਦਾ ਹੁੰਦਾ ਹੈ?
ਉਦੋਂ ਵੀ ਸਾਡਾ ਜਿਹੜਾ ਹੈ ਵਰਕ ਨੈਗੇਟਿਵ ਹੀ ਹੋਏਗਾ, ਬਿਕੋਜ਼ ਜਦੋਂ ਅਸੀਂ ਬ੍ਰੇਕ ਲਗਾਉਂਦੇ ਆ, ਬ੍ਰੇਕ ਲਗਾਉਣ ਦੇ ਨਾਲ ਗਰਾਊਂਡ ਤੇ ਟਾਇਰ ਦੇ ਵਿੱਚ ਫ੍ਰਿਕਸ਼ਨ ਕ੍ਰੀਏਟ ਹੁੰਦੀ ਹੈ ਤੇ ਉਹਦੇ ਨਾਲ ਤੁਹਾਨੂੰ ਪਤਾ ਹੀ ਹੈ ਸਾਈਕਲ ਡਿਸਪਲੇਸਮੈਂਟ ਦੇ ਅੱਗੇ ਨੂੰ ਹੈ, ਬ੍ਰੇਕ ਨੇ ਉਹਨੂੰ ਰੋਕਣਾ ਹੈ ਪਿਛਾਂਹ ਨੂੰ ਫੋਰਸ ਲਗਾ ਕੇ, ਕਿਉਂਕਿ ਸਾਈਕਲ ਜੇ ਅੱਗੇ ਜਾ ਰਿਹਾ ਹੈ ਤੇ ਅਸੀਂ ਜਦੋਂ ਬ੍ਰੇਕ ਲਗਾਉਂਦੇ ਆ ਤਾਂ ਉਹਨੂੰ ਰੋਕਣਾ ਹੈ। ਕਿਸੇ ਚੀਜ਼ ਨੂੰ ਰੋਕਣਾ ਹੋਵੇ ਤੇ ਉਹਦੇ ਡਿਸਪਲੇਸਮੈਂਟ ਦੇ ਆਪੋਜੀਟ ਫੋਰਸ ਲਗਾਵਾਂਗੇ, ਤੇ ਜਦੋਂ ਬ੍ਰੇਕ ਅਪਲਾਈ ਕਰਦੇ ਹੋ ਸੇਮ ਕੇਸ ਫ੍ਰਿਕਸ਼ਨ ਵਾਲਾ, ਉਦੋਂ ਵੀ ਸਾਡਾ ਜਿਹੜਾ ਹੈ ਵਰਕ ਡਨ ਜਿਹੜਾ ਹੈ ਉਹ ਤੁਹਾਡੇ ਕੋਲ ਕਿੰਨਾ ਆਏਗਾ, ਨੈਗੇਟਿਵ ਆਏਗਾ। ਆਈ ਥਿੰਕ ਤੁਹਾਨੂੰ ਆ ਚੀਜ਼ ਕਲੀਅਰ ਹੋ ਗਈ। ਦੂਸਰਾ, ਜੇ ਖੂਹ ਦੇ ਵਿੱਚੋਂ ਅਸੀਂ ਪਾਣੀ ਕੱਢਦੇ ਹਾਂ ਵਿਦ ਦਾ ਹੈਲਪ ਆਫ ਬਕਟ, ਪਹਿਲਾਂ ਵੀ ਮੈਂ ਐਗਜ਼ਾਮਪਲ ਡਿਸਕਸ ਕੀਤੀ, ਉਦੋਂ ਕੀ ਸੀਗਾ, ਮੈਂ ਆਪਣੀ ਫੋਰਸ ਦੇ ਅਕੋਰਡਿੰਗ ਗੱਲ ਕਰ ਰਿਹਾ ਕਿ ਮੈਂ ਫੋਰਸ ਉੱਪਰ ਨੂੰ ਲਗਾ ਰਿਹਾ, ਗ੍ਰੈਵਿਟੀ ਬਾਰੇ ਗੱਲ ਨਹੀਂ ਕੀਤੀ ਸੀ, ਮੈਂ ਫੋਰਸ ਉੱਪਰ ਨੂੰ ਲਗਾ ਰਿਹਾ ਤੇ ਬਾਲਟੀ ਵੀ ਸਾਡੀ ਉੱਪਰ ਨੂੰ ਆ ਰਹੀ ਹੈ ਤੇ ਉਹ ਵਰਕ ਡਨ ਪੋਜ਼ਿਟਿਵ ਸੀ। ਤੇ ਜੇ ਹੁਣ ਗ੍ਰੈਵਿਟੀ ਦੀ ਗੱਲ ਕਰੀਏ, ਗ੍ਰੈਵਿਟੀ ਕਿੱਧਰ ਨੂੰ, ਡਾਊਨਵਰਡ, ਤੇ ਬਕਟ ਤੁਹਾਡੀ ਉੱਪਰ ਨੂੰ ਮੂਵ ਕਰ ਰਹੀ ਹੈ, ਡਿਸਪਲੇਸਮੈਂਟ ਉੱਪਰ ਨੂੰ ਹੋ ਰਹੀ ਹੈ, ਇਹੋ ਜਿਹਾ ਕੇਸ ਹੋ ਗਿਆ। ਫਿਰ ਸਾਡਾ ਜਿਹੜਾ ਹੈ ਵਰਕ ਡਨ ਕਿੰਨਾ ਆਏਗਾ ਸਾਡੇ ਕੋਲ, ਨੈਗੇਟਿਵ। There are so many examples from the daily life where you will find some cases work done is positive and in some other cases the work done is negative. Now the next case, मान लो कि force ਤੇ displacement ਇਹ ਆਪਸ ਵਿੱਚ perpendicular ਨੇ। Now third case, zero work done ਵਾਸਤੇ। Now here is the force and here is the displacement ਤੇ angle ਜਿਹੜਾ ਹੈ ਦੇਖੋ ਪੂਰਾ 90 degree, if theta is 90 degree, ਕਹਿਣ ਦਾ ਮਤਲਬ force ਤੇ displacement ਆਪਸ ਵਿੱਚ ਕੀ ਨੇ, perpendicular। if theta is 90 degree, force and displacement are perpendicular, this imply ergi angle पूरा 90 पुट करोगे ते cos 90 ਜਿਹੜਾ ਹੈ ਤੁਸੀਂ ਪੜਿਆ ਹੀ ਹੋਇਆ 10th ਕਲਾਸ, cos 90 ਦੀ ਵੈਲਿਊ ਕਿੰਨੀ ਹੁੰਦੀ ਹੈ, 0। ਤੇ ਜੇ cos 90 ਸਾਡਾ ਇੱਥੇ 90 ਭਰ ਕੇ 0 ਹੋ ਗਿਆ, ਜੇ ਆ ਟਰਮ ਹੀ 0 ਹੋ ਗਈ, then work done will be fs into 0 ਤੇ ਸਾਰਾ work done ਕਿੰਨਾ ਆਏਗਾ, 0 आएगा। It means the work done will be 0. What is the condition for 0 work done? The angle between force and displacement should be 90 degree. ਇਹ ਦੋਨੋਂ ਆਪਸ ਵਿੱਚ ਜਿਹੜੇ ਨੇ perpendicular ਹੋਣੇ ਚਾਹੀਦੇ ਨੇ, ਫਿਰ ਸਾਡਾ ਜਿਹੜਾ ਹੈ work done ਕਿੰਨਾ ਆਏਗਾ, 0 ਆਏਗਾ। Now ਇਹਦੀ ਜਿਹੜੀ ਹੈ ਇੱਕ ਐਗਜ਼ਾਮਪਲ ਹੈ, ਮੰਨ ਲਓ ਕਿ ਸਾਡੇ ਕੋਲ ਜਿਹੜਾ ਹੈ ਇੱਕ ਕੁਲੀ ਹੈ ਕੋਈ, ਉਹ ਆਪਣਾ ਜਿਹੜਾ ਹੈ ਸਮਾਨ ਲੈ ਕੇ ਜਿਹੜਾ ਸਾਡਾ ਜਾ ਰਿਹਾ ਹੈ। ਉਸ ਕੁਲੀ ਨੇ ਕੀ ਕੀਤਾ ਹੈ, ਆਪਣੇ ਹੈਡ ਦੇ ਉੱਪਰ ਜਿਹੜਾ ਹੈ ਸੂਟਕੇਸ ਰੱਖਿਆ ਹੋਇਆ ਹੈ। ਇਹ ਸਭ ਨੂੰ ਪਤਾ ਹੈ ਕਿ ਜਦੋਂ ਅਸੀਂ ਸਟੇਸ਼ਨ ਤੇ ਜਾਂਦੇ ਆ, ਤੁਸੀਂ ਕੁਲੀ ਨੂੰ ਦੇਖਿਆ ਹੋਏਗਾ ਸਮਾਨ ਚੁੱਕਦੇ ਆ, ਉਹਨੇ ਆਪਣੇ ਸਿਰ ਦੇ ਉੱਪਰ ਜਿਹੜਾ ਸੂਟਕੇਸ ਰੱਖਿਆ, ਤੇ ਹੁਣ ਸੋਚੋ ਕਿ ਉਹਨੇ ਜਦੋਂ ਉਹਨੂੰ ਚੁੱਕਿਆ, ਜਾਂ weight ਦੀ ਗੱਲ ਕਰੀਏ, ਫੋਰਸ ਕਿੱਧਰ ਨੂੰ ਲਗਾਈ, ਸਾਰਾ weight ਉਹਦਾ ਜਿਹੜਾ ਲੱਗ ਰਿਹਾ ਹੈ ਡਾਊਨਵਰਡ, ਇਹ weight ਹੋ ਗਿਆ। ਇਹਨੂੰ ਚੁੱਕਣ ਵਾਸਤੇ ਉਹਨੇ ਫੋਰਸ ਕਿੱਧਰ ਨੂੰ ਲਗਾਈ ਹੋਈ ਹੈ, ਅਪਵਰਡ। weight ਸਾਰਾ ਉਹਦੇ ਸਿਰ 'ਚ ਪਏਗਾ ਇਸ ਤਰ੍ਹਾਂ, ਉਹਨੇ ਸਮਾਨ ਨੂੰ ਚੁੱਕਣ ਵਾਸਤੇ ਫੋਰਸ ਕਿੱਧਰ ਲਗਾਈ ਹੈ, ਅਪਵਰਡ। ਐਂਡ the pulley is moving forward, ਸਮਾਨ ਚੁੱਕਿਆ, ਫੋਰਸ ਉੱਪਰ ਨੂੰ ਤੇ ਆਪ ਹੋਰੀਜ਼ੌਂਟਲ ਡਾਇਰੈਕਸ਼ਨ 'ਚ ਜਾ ਰਿਹਾ ਸਮਾਨ ਲੈ ਕੇ ਪਲੇਟਫਾਰਮ ਦੇ ਉੱਪਰ। now what is the angle between force and displacement? ਦੋਨਾਂ ਵਿੱਚ ਦੇਖੋ ਕਿੰਨਾ ਐਂਗਲ ਬਣਿਆ, ਉਹ ਐਂਗਲ ਆਏਗਾ ਸਾਡੇ ਕੋਲ 90 ਡਿਗਰੀ। ਫੋਰਸ ਤੇ ਡਿਸਪਲੇਸਮੈਂਟ ਆਪਸ ਵਿੱਚ 90 ਡਿਗਰੀ ਹੈ, ਤੇ ਜੇ ਆ 90 ਹੈ ਤੇ ਫਿਰ ਸਾਨੂੰ ਪਤਾ ਹੈ cos 90 ਦੀ ਵੈਲਿਊ ਕਿੰਨੀ ਹੁੰਦੀ, 0। ਤੇ ਵਰਕ ਡਨ ਦਾ ਫਾਰਮੂਲਾ fs cos ਥੀਟਾ, ਫਿਰ ਆਏਗਾ fs cos 90, ਤੇ cos 90 0 ਹੋਣ ਕਰਕੇ ਸਾਡਾ ਵਰਕ ਕਿੰਨਾ ਹੋ ਗਿਆ,
जीरो हो गया। ਇਹਦਾ मतलब ਜਿਹੜਾ ਕੁਲੀ ਹੈ ਉਹ ਕੋਈ ਵਰਕ ਨਹੀਂ ਕਰਦਾ। ਅਕੋਰਡਿੰਗ ਟੂ ਫਿਜ਼ਿਕਸ ਕੁਲੀ ਜਿਹੜਾ ਹੈ ਜਦੋਂ ਆਪਣੇ ਸਿਰ ਉੱਪਰ ਸਮਾਨ ਚੁੱਕਦਾ ਹੈ ਤੇ ਉਹ ਲੈ ਕੇ ਜਾਂਦਾ ਹੈ, ਇੱਕ ਪਲੇਟਫਾਰਮ ਤੋਂ ਦੂਜੇ ਵੱਲ ਜਾਂਦਾ ਹੈ, ਲੈ ਕੇ ਛੱਡ ਕੇ ਆਉਂਦਾ ਹੈ ਤੇ ਉਹ ਕੋਈ ਵਰਕ ਨਹੀਂ ਕਰਦਾ। ਵਾਈ? ਬਿਕੋਜ਼ the angle between force and displacement become 90 degree। ਇਹਦਾ ਮਤਲਬ ਆ ਨਹੀਂ ਕਿ ਤੁਸੀਂ ਕੁਲੀ ਨੂੰ ਪੈਸੇ ਹੀ ਨਹੀਂ ਦੇਣੇ। ਜੇ ਪੈਸੇ ਨਾ ਦਿੱਤੇ ਤੇ ਗੜਬੜ ਹੋ ਜਾਏਗੀ। ਐਕਚੁਅਲੀ ਉਹ ਆਪਣੇ ਅਕੋਰਡਿੰਗ ਉਹ ਕੰਮ ਕਰ ਰਿਹਾ, ਲੇਕਿਨ ਫਿਜ਼ਿਕਸ ਦੀ ਲੈਂਗੁਏਜ ਦੇ ਵਿੱਚ ਉਹ ਬਿਲਕੁਲ ਵੀ ਕੰਮ ਨਹੀਂ ਕਰਦਾ ਪਿਆ। ਬਿਕੋਜ਼ ਐਂਗਲ ਬਿਟਵੀਨ ਫੋਰਸ ਐਂਡ ਡਿਸਪਲੇਸਮੈਂਟ ਬਿਕਮ 90 degree। It is very very important question। Show that pulley do zero work। Zero work क्यों करता है? Because the angle between force and displacement is 90 degree, cos 90 zero। Now एक example ਜਿਹੜੀ ਹੈ zero work done ਦੀ, ਇੱਕ ਆਪਾਂ ਹੋਰ ਦੇਖਦੇ ਹਾਂ zero work done ਦੀ example। ਸਾਡੇ ਕੋਲ ਕੀ ਹੈ? ਇੱਕ string ਹੈ। string ਨੂੰ ਆਪਣੇ ਹੈਂਡ 'ਚ ਪਕੜ ਲਿਆ, ਇੱਥੇ ਮੇਰਾ ਹੈਂਡ, ਇਹ ਅੱਗੇ ਪੱਥਰ ਬੰਨ ਦਿੱਤਾ ਤੇ ਸਟ੍ਰਿੰਗ ਨੂੰ ਜਿਹੜਾ ਹੈ ਪਕੜ ਕੇ ਮੈਂ ਇਸ ਤਰ੍ਹਾਂ ਘੁਮਾਇਆ। ਮੰਨ ਲਓ ਡੋਰ ਹੈ ਸਾਡੇ ਕੋਲ, ਡੋਰ ਕਾਈਟ ਵਾਲੀ ਜਿਹੜੀ ਡੋਰ ਹੁੰਦੀ ਹੈ, ਨਾਲ ਅਸੀਂ ਪੱਥਰ ਬੰਨ ਲਿਆ ਜਿਹਨੂੰ ਅਸੀਂ ਕਾਂਟੀ ਬੋਲਦੇ ਆ, ਉਹ ਬਣ ਗਈ। ਕਈ ਵਾਰ ਦੇਖਿਆ ਹੈ ਬੱਚੇ ਉਹ ਪੱਥਰ ਬੰਨ ਕੇ ਇਹਨੂੰ ਇਸ ਤਰ੍ਹਾਂ ਘੁਮਾਉਂਦੇ ਆ। ਜਦੋਂ ਇਸ ਤਰ੍ਹਾਂ ਘੁਮਾਉਂਦੇ ਆ then the stone will rotate। ਉਹ ਜਿਹੜਾ ਕਰੇਗਾ ਕਾਹਦੇ 'ਚ ਉਹ ਕਰੇਗਾ, ਉਹ ਸਰਕਲ ਦੇ ਵਿੱਚ ਜਿਹੜਾ ਹੈ ਉਹਦੀ ਜਿਹੜੀ ਹੈ ਰੋਟੇਸ਼ਨ ਚਾਲੂ ਹੋਏਗੀ, ਘੁੰਮੇਗਾ ਸਰਕੂਲਰ ਫਾਰਮ ਦੇ ਵਿੱਚ, ਇਸ ਤਰ੍ਹਾਂ ਜਿਹੜਾ ਹੈ ਉਹ ਮੂਵ ਕਰੇਗਾ। ਨਾਓ ਜਦੋਂ ਵੀ ਕੋਈ ਚੀਜ਼ ਸਰਕਲ 'ਚ ਮੂਵ ਕਰਦੀ ਹੈ ਤੇ ਅਸੀਂ ਪਿੱਛੇ ਵੀ ਡਿਸਕਸ ਕੀਤਾ ਸੀ ਕਿ ਇੱਕ ਫੋਰਸ ਹੁੰਦੀ ਹੈ ਸਾਡੇ ਕੋਲ ਸੈਂਟਰੀਪੀਟਲ ਫੋਰਸ। ਇੱਕ ਫੋਰਸ ਹੈ ਜਿਹਦਾ ਨਾਮ ਹੈ ਸੈਂਟਰੀਪੀਟਲ। ਉਹ ਫੋਰਸ ਜਿਹੜੀ ਸਾਨੂੰ ਸਰਕੂਲਰ ਪਾਥ ਪ੍ਰੋਵਾਈਡ ਕਰਦੀ ਹੈ, ਜਿਹੜੀ ਫੋਰਸ ਕਰਕੇ ਬਾਡੀ ਜਿਹੜੀ ਹੈ ਉਹ ਸਰਕਲ 'ਚ ਮੂਵ ਕਰਦੀ ਹੈ, ਉਸ ਨੂੰ ਅਸੀਂ ਬੋਲਦੇ ਹਾਂ ਸੈਂਟਰੀਪੀਟਲ ਫੋਰਸ। ਜੇ ਇੱਥੇ ਸਟੋਨ ਸਰਕਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਮੂਵ ਕਰ ਰਿਹਾ ਹੈ, ਇਹਦਾ ਮਤਲਬ ਹੈ ਕਿ ਸੈਂਟਰੀਪੀਟਲ ਫੋਰਸ ਜਿਹੜੀ ਹੈ ਉਹ ਐਕਟ ਹੋਏਗੀ ਤੇ ਇਸ ਸੈਂਟਰੀਪੀਟਲ ਫੋਰਸ ਦੀ ਡਾਇਰੈਕਸ਼ਨ ਕਿੱਧਰ ਨੂੰ ਹੁੰਦੀ ਹੈ? ਟੁਵਾਰਡਸ ਸੈਂਟਰ। ਆ ਦੇਖੋ ਸੈਂਟਰੀ, ਸੈਂਟਰ ਵੱਲ, ਇਹਨੇ ਇਹਨੂੰ ਸੈਂਟਰ ਵੱਲ ਖਿੱਚ ਕੇ ਰੱਖਿਆ। ਇਹ ਸਾਡੀ ਆ ਗਈ ਸੈਂਟਰੀਪੀਟਲ ਫੋਰਸ। ਜਦੋਂ ਕੋਈ ਚੀਜ਼ ਸਰਕਲ 'ਚ ਘੁੰਮੇ ਇਹਦਾ ਮਤਲਬ ਹੈ ਕਿ ਇੱਕ ਫੋਰਸ ਜਿਹੜੀ ਹੈ ਇਹਦੇ ਉੱਤੇ ਐਕਟ ਕਰ ਰਹੀ ਹੈ, ਉਸ ਫੋਰਸ ਦਾ ਨਾਮ ਹੈਗਾ ਸੈਂਟਰੀਪੀਟਲ ਫੋਰਸ। ਨਾਓ when body moves in a circular path ਤੇ ਜਿਹੜੀ ਬਾਡੀ ਦੀ ਵੈਲੋਸਿਟੀ ਜਿਹੜੀ ਹੁੰਦੀ ਹੈ, velocity is always tangent to the circular path। ਜਦੋਂ ਵੀ ਕੋਈ ਬਾਡੀ ਸਰਕਲ 'ਚ ਘੁੰਮੇ ਤੇ ਕਿਹੜੀ ਫੋਰਸ ਕਰਕੇ ਘੁੰਮੇਗੀ? ਸੈਂਟਰੀਪੀਟਲ ਫੋਰਸ। ਤੇ ਸੈਂਟਰੀਪੀਟਲ ਫੋਰਸ ਦੀ ਡਾਇਰੈਕਸ਼ਨ ਹਮੇਸ਼ਾ ਸੈਂਟਰ ਵੱਲ। ਤੇ ਜਦੋਂ ਬਾਡੀ ਜਿਹੜੀ ਹੈ ਘੁੰਮਦੀ ਹੈ ਤੇ ਉਹਦੀ ਜਿਹੜੀ ਵੈਲੋਸਿਟੀ ਹੈ, ਵੈਲੋਸਿਟੀ ਦੀ ਡਾਇਰੈਕਸ਼ਨ ਸਰਕਲ ਦੇ ਟੈਂਜੈਂਟ ਹੁੰਦੀ ਹੈ। velocity vector is always tangent to the circular path। ਬਾਈ ਚਾਂਸ ਅਸੀਂ ਜਦੋਂ ਪੱਥਰ ਘੁਮਾ ਰਹੇ ਆ ਡੋਰ ਦੇ ਨਾਲ, ਤੇਜ਼ ਘੁਮਾਤਾ, ਜਦੋਂ ਅਸੀਂ ਤੇਜ਼ ਘੁਮਾਤਾ ਤੁਸੀਂ ਦੇਖੋਗੇ ਕਿ ਪੱਥਰ ਜਿਹੜਾ ਹੈ ਉੱਥੋਂ ਡੋਰ ਟੁੱਟ ਗਈ, ਸਟ੍ਰਿੰਗ ਟੁੱਟ ਗਈ। ਇੱਕਦਮ ਜਿਹੜਾ ਹੈ ਮੰਨ ਲਓ ਵੀ ਇਸ ਤਰ੍ਹਾਂ ਘੁੰਮਦੇ ਘੁੰਮਦੇ ਇੱਥੇ ਸਟੋਨ ਇੱਥੇ ਸੀਗਾ, A ਪੁਆਇੰਟ ਦੇ ਉੱਤੇ ਸਟੋਨ ਸੀ, ਡੋਰ ਟੁੱਟ ਗਈ ਤੇ ਜਦੋਂ ਇਸ ਤਰ੍ਹਾਂ ਆਏਗਾ ਇੱਕਦਮ ਪੱਥਰ ਜਿਹੜਾ ਹੈ ਇਧਰ ਨੂੰ ਜਿਹੜਾ ਉਹ ਮੂਵ ਕਰ ਜਾਏਗਾ, ਬਿਲਕੁਲ ਸਰਕਲ ਦੇ ਟੈਂਜੈਂਟ ਜਾਏਗਾ। ਮੰਨ ਲਓ ਵੀ ਇੱਥੋਂ ਟੁੱਟ ਜਾਂਦਾ ਹੈ, ਮੰਨ ਲਓ ਰੱਸੀ ਜਿਹੜੀ ਹੈ ਸੈਂਟੀਮੀਟਰ ਫੋਰਸ ਇੱਧਰ ਸੀ, ਘੁੰਮਦੇ ਘੁੰਮਦੇ ਇੱਥੇ ਜਾ ਕੇ ਜਿਹੜੀ ਹੈ ਡੋਰ ਟੁੱਟ ਗਈ। ਇਸ ਤਰ੍ਹਾਂ ਘੁੰਮ ਰਿਹਾ ਸੀ ਤੇ ਡੋਰ ਟੁੱਟ ਗਈ, ਨਾਲ ਹੀ ਜਿਹੜਾ ਹੈ ਪੱਥਰ ਨੇ ਇੱਧਰ ਨੂੰ ਨਿਕਲ ਜਾਣਾ ਹੈ, ਉਹਦੇ ਟੈਂਜੈਂਟ। ਜੇ ਇੱਥੇ ਟੁੱਟੇਗਾ ਇਟ ਵਿਲ ਗੋ ਅਲੋਂਗ ਦਿਸ ਸਾਈਡ, ਇੱਥੇ ਟੁੱਟੇਗਾ ਇਹ ਜਿਹੜਾ ਹੈ ਆਪਣੀ ਟੈਂਜੈਂਟ ਦੇ ਅਕੋਰਡਿੰਗ ਇਸ ਤਰ੍ਹਾਂ ਜਿਹੜਾ ਹੈ ਉਹ ਮੂਵ ਕਰੇਗਾ। ਹਮੇਸ਼ਾ ਹੀ ਜਿਹੜਾ ਸਟੋਨ ਹੈ ਉਹ ਕਿੱਧਰ ਨੂੰ ਨਿਕਲੇਗਾ? ਅਲੋਂਗ ਦੀ ਟੈਂਜੈਂਟ ਟੂ ਦਾ ਸਰਕਲ। ਜਦੋਂ ਉਹ ਡੋਰ ਟੁੱਟ ਜਾਏਗੀ ਇਹਦਾ ਮਤਲਬ ਟੈਂਜੈਂਟ ਹੀ ਜਾਂਦਾ ਹੈ, ਇਹਦਾ ਮਤਲਬ ਵੈਲੋਸਿਟੀ ਦੀ ਜਿਹੜੀ ਡਾਇਰੈਕਸ਼ਨ ਹੈ ਹਮੇਸ਼ਾ ਸਰਕੂਲਰ ਪਾਥ ਦੇ ਕਿੱਧਰ ਹੁੰਦੀ ਹੈ? ਟੈਂਜੈਂਟ ਹੁੰਦੀ ਹੈ। ਤੇ ਜਿੱਧਰ ਵੈਲੋਸਿਟੀ ਹੋਏਗੀ
ਤੇ ਵੈਲੋਸਿਟੀ ਬਾਰੇ ਅਸੀਂ ਪੜਿਆ ਇਟ ਇਜ਼ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਤੇ ਜਿੱਧਰ ਨੂੰ ਵੈਲੋਸਿਟੀ ਹੋਏਗੀ ਉਧਰ ਹੀ ਸਾਡੀ ਕੀ ਹੋਏਗੀ ਡਿਸਪਲੇਸਮੈਂਟ ਕਹਿਣ ਦਾ ਮਤਲਬ ਜੇ ਸਾਡੀ ਜਿਹੜੀ ਹੈ ਵੈਲੋਸਿਟੀ ਵੈਕਟਰ ਇੱਧਰ ਹੈ ਇੱਧਰ ਹੀ ਸਾਡੀ ਜਿਹੜੀ ਹੈ ਡਿਸਪਲੇਸਮੈਂਟ ਹੋਏਗੀ ਇਟ ਮੀਨਸ ਡਿਸਪਲੇਸਮੈਂਟ ਤੇ ਫੋਰਸ ਆ ਐਂਗਲ ਕਿੰਨਾ ਆ ਗਿਆ 90 ਬਿਕੋਜ਼ ਰੇਡੀਅਸ ਪਰਪੈਂਡੀਕੁਲਰ ਹੁੰਦਾ ਹੈ ਕਿਹਦੇ ਪਰਪੈਂਡੀਕੁਲਰ ਹੁੰਦਾ ਹੈ ਟੈਂਜੈਂਟ ਦੇ 10th ਕਲਾਸ ਵਿੱਚ ਥਿਊਰਮ ਸੀ ਰੇਡੀਅਸ ਤੇ ਟੈਂਜੈਂਟ ਆਪਸ ਵਿੱਚ ਪਰਪੈਂਡੀਕੁਲਰ रेडियस वाले पासे कौन है आ देखो सेंटर वाले पासे कौन है सेंट्रीपीटल फोर्स ए रेडियस दे लॉन्ग ते टेंजेंट वाले पासे कौन है डिस्प्लेसमेंट ते एंगल कितना 90 ते वर्क डन दा फार्मूला हुंदा है एफएस cos थीटा ते एंगल आएगा 90 ते एंगल 90 कितना हुंदा है cos 90 0 ते साडे कोल जेड़ा है वर्क डन विल बी 0 इट मीनस कि जदों भी बॉडी नू सर्कल विच घुमाने असी उदों भी असी कोई वर्क नहीं करते क्यों वर्क नहीं करते बिकॉज सेंट्रीपीटल फोर्स एक्ट हुंदी है ते सेंट्रीपीटल फोर्स ते डिस्प्लेसमेंट जेडे ने आपस विच परपेंडिकुलर हो जांदे ने इस करके साडा जेड़ा है वर्क डन अगेन जेड़ा है साडा कितना आएगा 0 आएगा ਇਹ ਸਾਡੀਆਂ ਦੋ ਐਗਜ਼ਾਮਪਲਸ ਨੇ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਇੱਕ ਕੁਲੀ ਜਿਹੜਾ ਹੈ ਕੋਈ ਵਰਕ ਨਹੀਂ ਕਰਦਾ ਤੇ ਦੂਸਰਾ ਸੈਂਟਰੀਪੀਟਲ ਫੋਰਸ ਜਿਹੜੀ ਹੈ ਕਿੰਨਾ ਵਰਕ ਕਰਦੀ ਹੈ 0 ਸੈਂਟਰੀਪੀਟਲ ਫੋਰਸ ਕਿੰਨਾ ਵਰਕ ਕਰਦੀ ਹੈ 0 ਕਿਉਂ 0 ਕਰਦੀ ਹੈ ਬਿਕੋਜ਼ ਸੈਂਟਰੀਪੀਟਲ ਫੋਰਸ ਸੈਂਟਰ ਦੇ ਲੌਂਗ ਰੇਡੀਅਸ ਦੇ ਲੌਂਗ ਤੇ ਸਰਕਲ ਚ ਘੁੰਮਦੇ ਆ ਤੇ ਡਿਸਪਲੇਸਮੈਂਟ ਕਿੱਧਰ ਹੁੰਦੀ ਹੈ ਉਹਦੇ ਟੈਂਜੈਂਟ ਇਸ ਕਰਕੇ ਸਾਡਾ ਜਿਹੜਾ ਹੈ ਵਰਕ ਡਨ ਸਾਡੇ ਕੋਲ ਕਿੰਨਾ ਆਏਗਾ ਉਹ ਜਿਹੜਾ ਹੈ ਉਹ ਬਿਲਕੁਲ ਹੀ ਸਾਡੇ ਕੋਲ 0 ਆਏਗਾ ਨਾਓ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਯੂਨਿਟ ਬਾਰੇ ਅਸੀਂ ਡਿਸਕਸ ਕਰਾਂਗੇ ਕਿ ਵਰਕ ਦੇ ਯੂਨਿਟ ਕਿਹੜੇ ਨੇ ਨਾਓ ਸਭ ਨਾਲ ਪਹਿਲਾਂ ਐਸਆਈ ਸਿਸਟਮ ਦੀ ਗੱਲ ਕਰੀਏ ਤੇ ਅਸੀਂ ਲੈ ਕੇ ਚੱਲਣ ਲੱਗੇ ਆ ਐਬਸੋਲੂਟ ਯੂਨਿਟ SI ਸਿਸਟਮ ਦੇ ਵਿੱਚ ਵਰਕ ਦਾ ਐਬਸੋਲੂਟ ਯੂਨਿਟ ਜਿਹੜਾ ਹੈ ਸਾਨੂੰ ਸਭ ਨੂੰ ਪਤਾ ਹੈ ਕਿ ਜਾਊਲ ਅਸੀਂ ਇਹਨੂੰ ਜੇ ਦੇ ਨਾਲ ਲਿਖਦੇ ਆ ਜਾਊਲ ਕੋਈ ਜੂਲ ਬੋਲਦਾ ਇਹਨੂੰ ਜਾਊਲ ਇਹ ਸਾਡਾ SI ਯੂਨਿਟ ਆਫ ਵਰਕ ਡਨ ਐਬਸੋਲੂਟ ਯੂਨਿਟ ਆਓ ਇਸ ਨੂੰ ਡਿਫਾਈਨ ਕਰੀਏ ਵਰਕ ਡਨ FS cos ਥੀਟਾ वर्क दा यूनिट कितना भर दिता 1 जाउल वर्क दी जगह ते जाउल एफ दा एसआई यूनिट पिछे डिस्कस किया सी न्यूटन डिस्प्लेसमेंट एसआई विच कच होएगी मीटर ते नाल असी cos 0 भरिया cos 0 इस करके कि जिधर नू फोर्स लगी उधर नू ही साडी डिस्प्लेसमेंट हो रही है क्योंकि डेफिनेशन की है वर्क दी डेफिनेशन वर्क इज सेड टू बी डन इफ द बॉडी मूव्स इन द डायरेक्शन ऑफ फोर्स अंडर द एप्लीकेशन ऑफ अप्लाइड फोर्स नाउ 1J is equal to 1 Nm 1 ਦਾ 1 into 1 cos 0 ਸਾਡਾ ਕਿੰਨਾ ਹੁੰਦਾ ਹੈ 1 into 1 न्यूटन मीटर इट मीन्स 1 जाउल की दे इक्वल है 1 न्यूटन मीटर आओ इस नू जेड़ा असी डिफाइन करिए कदी भी इथे क्रैमिंग नहीं करनी नाउ वर्क इज सेट टू बी 1 जाउल वर्क नू असी जेड़ा है 1 जाउल कदों कवांगे work is said to be 1 joule if body moves या displaces through 1 meter body जड़ी है 1 meter move कर जे when we apply force किन्नी 1 newton 0 का मतलब in the direction of force 0 मतलब है एंगल 0 है सेम डायरेक्शन फिर सुनो
work is said to be 1 joule if under the application of 1 Newton force body displaces through 1 meter in the direction of force applied। जेकर 1 न्यूटन फोर्स करके 1 मीटर डिस्प्लेसमेंट पैदा हो जाए उसे डायरेक्शन देन साडा जिहड़ा वर्क कितना होएगा that will be equal to 1 joule। इस ਨੂੰ ਅਸੀਂ ਬੋਲਦੇ ਹਾਂ ਨਿਊਟਨ ਮੀਟਰ। ਤੇ ਦੂਸਰਾ ਜੇ ਅਸੀਂ ਗੱਲ ਕਰੀਏ CGS ਸਿਸਟਮ ਦੇ ਵਿੱਚ ਜਿਹੜਾ ਵਰਕ ਦਾ ਜਿਹੜਾ ਯੂਨਿਟ ਹੁੰਦਾ ਹੈ ਉਹ ਸਾਡੇ ਕੋਲ ਹੁੰਦਾ ਹੈ ਅਰਗ ERG। CGS ਸਿਸਟਮ ਦੇ ਵਿੱਚ ਐਬਸੋਲੂਟ ਯੂਨਿਟ ਦੀ ਗੱਲ ਕਰੀਏ ਤੇ ਵਰਕ ਦਾ ਜਿਹੜਾ ਹੈ ਯੂਨਿਟ ਅਰਗ। ਇੱਥੇ ਜਿਹੜਾ ਹੈ ਵਰਕ ਦੀ ਜਗ੍ਹਾ ਤੇ 1 ਕਿੰਨਾ ਆ ਜਾਏਗਾ ਸਾਡੇ ਕੋਲ ਅਰਗ। ਤੇ ਫੋਰਸ ਜਿਹੜੀ ਹੈ ਆਪੇ ਸੋਚੋ ਫੋਰਸ ਕਿੰਨੀ ਲਗਾਓਗੇ। CGS ਵਿੱਚ ਫੋਰਸ ਕੱਚ ਹੁੰਦੀ ਹੈ ਬੇਟਾ ਡਾਈਨ ਦੇ ਵਿੱਚ ਤੇ ਡਿਸਪਲੇਸਮੈਂਟ ਕਿੰਨੀ ਲਗਾਓਗੇ ਸੈਂਟੀਮੀਟਰ। ਤੇ ਸਾਡੇ ਕੋਲ ਜਿਹੜਾ ਹੈ ਕਿੰਨਾ ਆਏਗਾ 1 arc is equal to 1 dyne centimeter। 1 arc ਦੀ ਜਿਹੜੀ ਵੈਲਿਊ ਹੈ it will become 1 dyne centimeter। ਇਹ ਦੀ ਡੈਫੀਨੇਸ਼ਨ ਕਿਸ ਤਰ੍ਹਾਂ ਬਣੇਗੀ work is said to be 1 arc। work is said to be 1 arc if under the application of force of 1 dyne body displaces through 1 centimeter in the direction of force। in the direction of force ਕਿਉਂ ਬੋਲਣਾ ਹੈ ਕਿਉਂਕਿ ਅਸੀਂ ਐਂਗਲ ਜਿਹੜਾ ਹੈ 0 ਡਿਗਰੀ ਪੁੱਟ ਕੀਤਾ ਹੈ। 0 ਡਿਗਰੀ ਕਦੋਂ ਹੁੰਦਾ ਹੈ ਜਦੋਂ ਫੋਰਸ ਤੇ ਡਿਸਪਲੇਸਮੈਂਟ ਜਿਹੜੇ ਨੇ ਉਹ ਸੇਮ ਡਾਇਰੈਕਸ਼ਨ 'ਚ ਹੁੰਦੇ ਨੇ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇਸ ਤੱਕ ਕਲੀਅਰ ਹੋ ਗਿਆ। ਇਟ ਮੀਨਸ ਕਿ ਦੋ ਯੂਨਿਟ ਨੇ ਸਾਡੇ ਕੋਲ ਇੱਕ ਜਾਊਲ ਤੇ ਇੱਕ ਅਰਗ। ਜਿਹੜਾ ਜਾਊਲ ਤੇ ਦੂਜਾ ਜਿਹੜਾ ਹੈ ਅਰਗ ਇਹਨਾਂ ਦੇ ਵਿੱਚ ਬੇਟਾ ਰਿਲੇਸ਼ਨ ਨੋਟ ਕਰੋ। ਇਹ 'ਚ ਕੀ ਰਿਲੇਸ਼ਨ ਹੈ 1 ਜਾਊਲ ਹੁਣੇ ਪੜਿਆ 1 ਨਿਊਟਨ ਮੀਟਰ। ਇਹ ਪਿੱਛੇ ਦੇਖੋ ਹੁਣੇ ਲਿਖਿਆ ਸੀ 1 ਜਾਊਲ 1 ਨਿਊਟਨ ਮੀਟਰ। ਤੇ ਤੁਸੀਂ ਪੜਿਆ ਕਿ 1 ਨਿਊਟਨ ਦੇ ਵਿੱਚ ਪਹਿਲੇ ਚੈਪਟਰ 'ਚ ਡਾਈਮੈਂਸ਼ਨ ਵਾਲੇ 'ਚ ਅਸੀਂ ਪ੍ਰੂਵ ਕੀਤਾ ਸੀ 1 ਨਿਊਟਨ 10 ਰੇਜ਼ ਟੂ ਪਾਵਰ 5 ਡਾਈਨ ਦੇ ਇਕੁਅਲ ਹੁੰਦਾ ਹੈ। 1 ਨਿਊਟਨ ਦੇ ਵਿੱਚ 10 ਰੇਜ਼ ਟੂ ਪਾਵਰ 5 ਡਾਈਨ ਆ ਗਏ। ਅੱਗੇ ਆ ਗਿਆ ਮੀਟਰ। 1 ਮੀਟਰ ਦੇ ਵਿੱਚ 100 ਸੈਂਟੀਮੀਟਰ 10 ਦੀ ਪਾਵਰ 2 ਦਾ ਮਤਲਬ 100 ਸੈਂਟੀਮੀਟਰ। ਤੇ ਕੀ ਬਣ ਗਿਆ ਪਾਵਰ ਇਕੱਠੀਆਂ ਕਰੋ 10 ਦੀ ਪਾਵਰ ਕਿੰਨਾ ਆ ਗਿਆ ਸਾਡੇ ਕੋਲ ਦੇਖੋ 7। ਅੱਗੇ ਨਾਲ ਕੀ ਰਹਿ ਗਿਆ ਸਾਡੇ ਕੋਲ ਰਹਿ ਜਾਏਗਾ ਡਾਈਨ ਨਾਲ ਆ ਗਿਆ ਸਾਡੇ ਕੋਲ ਸੈਂਟੀਮੀਟਰ। ਤੇ ਡਾਈਨ ਸੈਂਟੀਮੀਟਰ ਨੂੰ ਕੀ ਬੋਲਦੇ ਹਾਂ ਅਸੀਂ ਡਾਈਨ ਸੈਂਟੀਮੀਟਰ ਨੂੰ ਅਸੀਂ ਬੋਲਦੇ ਹਾਂ ਅਰਗ। ਦੇਅਰਫੋਰ 1J ਜਿਹੜਾ ਹੈ equal to 10 raised to power 7 it will become अर्ग। 1 ਜਾਊਲ ਜਿਹੜਾ ਹੈ 10 raised to power 7 अर्ग ਦੇ ਇਕੁਅਲ ਹੁੰਦਾ ਹੈ। ਨਾਓ ਇਸ ਤੋਂ ਬਾਅਦ ਸਾਡੇ ਕੋਲ ਜਿਹੜੇ ਨੈਕਸਟ ਯੂਨਿਟ ਆਉਣ ਲੱਗੇ ਨੇ ਉਹ ਹੈਗੇ ਆ ਸਾਡੇ ਕੋਲ ਗ੍ਰੈਵਿਟੇਸ਼ਨਲ ਯੂਨਿਟ ਆਫ ਵਰਕ ਡਨ। ਗ੍ਰੈਵਿਟੇਸ਼ਨਲ ਯੂਨਿਟ ਗ੍ਰੈਵਿਟੇਸ਼ਨਲ ਯੂਨਿਟ ਹਾਂਜੀ ਕਾਦੇ ਯੂਨਿਟ ਪੜਨ ਲੱਗੇ ਅਸੀਂ ਵਰਕ ਡਨ ਦੇ। ਜੇ SI ਸਿਸਟਮ ਦੀ ਗੱਲ ਕਰੀਏ SI ਸਿਸਟਮ ਦੇ ਵਿੱਚ ਜਿਹੜਾ ਵਰਕ ਦਾ ਗ੍ਰੈਵਿਟੇਸ਼ਨਲ ਯੂਨਿਟ ਹੈ it is ਕਿਲੋਗ੍ਰਾਮ ਮੀਟਰ 1 ਕਿਲੋਗ੍ਰਾਮ ਮੀਟਰ। gravitational unit of work done is 1 ਕਿਲੋਗ੍ਰਾਮ ਮੀਟਰ। ਇਹ ਸਾਡਾ ਗ੍ਰੈਵਿਟੇਸ਼ਨਲ ਜਿਹੜਾ ਹੈ ਉਹ ਸਾਡਾ ਯੂਨਿਟ ਹੈ। ਨਾਓ ਜੇ ਫਾਰਮੂਲਾ ਲਿਖੀਏ Fs cos θ ਤੇ ਵਰਕ ਦੀ ਜਗ੍ਹਾ ਤੇ 1 ਕਿਲੋਗ੍ਰਾਮ ਮੀਟਰ ਸਾਡਾ ਯੂਨਿਟ ਆ ਗਿਆ। ਫੋਰਸ ਕਿੰਨੀ ਲਗਾਵਾਂਗੇ 1 ਕਿਲੋਗ੍ਰਾਮ weight। ਜੇ ਅਸੀਂ ਗ੍ਰੈਵਿਟੇਸ਼ਨਲ ਯੂਨਿਟ ਦੀ ਗੱਲ ਕਰ ਰਹੇ ਹਾਂ ਫਿਰ ਫੋਰਸ ਦਾ ਵੀ ਅਸੀਂ ਗ੍ਰੈਵਿਟੇਸ਼ਨਲ ਯੂਨਿਟ ਪੜਾਂਗੇ 1 kg weight। 1 ਕਿਲੋਗ੍ਰਾਮ ਮੀਟਰ is equal to
फोर्स किच आ गई 1 kg वेट मल्टीप्लाई बाय 1 मीटर इंटू cos 0 क्यों इन द डायरेक्शन एदा मतलब 1 किलोग्राम वर्क इज डन वर्क इज सेट टू बी 1 किलोग्राम मीटर कदों जदों फोर्स किन्नी एक्ट होवे 1 kg वेट इन्नी फोर्स एक्ट होवे डिस्प्लेसमेंट किन्नी होवे 1 मीटर किधर नू होवे इन द डायरेक्शन ऑफ फोर्स अप्लाइड फिर साडा जेड़ा है वर्क डन आएगा 1 किलोग्राम मीटर नाउ 1 किलोग्राम मीटर इक्वल टू 1 kg वेट नू असी न्यूटन विच बदल देन लगे जे पिछे असी देखो फोर्स वाला चैप्टर ओदे विच दस्सिया सी कि 1 kg वेट इज इक्वल टू 9.8 न्यूटन 1 kg वेट च किन्ने न्यूटन होंदे आ 9.8 न्यूटन मल्टीप्लाई बाय 1 मीटर इंटू 1 cos 0 कितना है 1 ते 1 kg मीटर इक्वल टू कितना आ गया 9.8 न्यूटन मीटर आ की चीज है देखो केजी वेट नु न्यूटन च बदल लिया आ मीटर लगा व्हाट इज न्यूटन मीटर हुणे आपां स्टडी कीता न्यूटन मीटर किनू बोलदे आ जाउल एदा मतलब की होया साडे कोल 1 kg मीटर इज इक्वल टू 9.8 जाउल ए साडा जेड़ा है वो जाउल बन गया 1 kg मीटर जेड़ा है 9.8 जाउल दे जेड़ा है बिल्कुल इक्वल होंदा नाउ इस तो बाद साडे कोल आ जाएगा CGS यूनिट जे असी CGS यूनिट की गल करिए इत्थे आ जाएगा ग्राम नाल आ जाएगा साडे कोल सेंटीमीटर ये ग्राम सेंटीमीटर है इत्थे साडे कोल ग्राम ते नाल आ जाएगा सेंटीमीटर ते किलोग्राम वेट नहीं आएगा इत्थे साडे कोल ग्राम वेट मीटर दी जगह ते उत्ते आ जाएगा साडे कोल सेंटीमीटर एंड देन 1 ग्राम सेंटीमीटर इज इक्वल टू 1 ग्राम सेंटीमीटर की दे इक्वल आएगा 1 ग्राम वेट 980 डाइन दे इक्वल है 1 ग्राम वेट दे विच किन्ने हुंदे आ 980 डाइन ते मल्टीप्लाई बाय 1 सेंटीमीटर मल्टीप्लाई बाय 1 एंड 1 ग्राम सेंटीमीटर इज इक्वल टू 980 डाइन सेंटीमीटर ते डाइन सेंटीमीटर असी पिछे पढ़िया सी इट इज अर्ग देयरफॉर 1 ग्राम सेंटीमीटर इज इक्वल टू 980 साडे कोल आ जाएगा अर्ग ए साडे कोल जेडे ने यूनिट्स ने 4 यूनिट ने साडे कोल इन्हां नूं तुसीं याद रखना है पहला यूनिट साडे कोल जाउल ते दूसरा ਉਹਦੇ ਨਾਲ ਦਾ ਸਾਡੇ ਕੋਲ ਆਏਗਾ अर्ग ਉਸ ਤੋਂ ਬਾਅਦ ਜੇ ਗ੍ਰੈਵਿਟੇਸ਼ਨ ਯੂਨਿਟ ਦੀ ਗੱਲ ਕਰੀਏ ਤੇ ਸਾਡੇ ਕੋਲ ਜਿਹੜਾ ਨੇ ਕਿਲੋਗ੍ਰਾਮ ਮੀਟਰ ਨੇ ਜਾਂ ਗ੍ਰਾਮ ਸੈਂਟੀਮੀਟਰ ਹੈ ਇਹ ਸੀ ਸਾਡਾ ਜਿਹੜਾ ਵਰਕ ਡਨ ਬੇਟਾ ਇਹਦੇ ਵਿੱਚ ਮੈਂ ਸਿਰਫ ਤੇ ਸਿਰਫ ਫੋਰਸ ਨੂੰ ਕਾਂਸਟੈਂਟ ਲੈ ਕੇ ਚੱਲਿਆ ਕਿ ਵਰਕ ਡਨ ਬਾय ਕਾਂਸਟੈਂਟ ਫੋਰਸ ਕਿ ਮੇਰੀ ਫੋਰਸ ਜਿਹੜੀ ਹੈ ਹਰ ਟਾਈਮ ਦੇ ਉੱਤੇ ਜਿਹੜੀ ਹੈ ਉਹ ਵੈਲਿਊ ਦੀ ਸੇਮ ਜਿਹੜੀ ਹੈ ਉਹ ਹੈਗੀ ਹੈ ਨਾਓ ਵਰਕ ਡਨ ਬਾय ਨੈਕਸਟ ਟੌਪਿਕ ਜਿਹੜਾ ਹੋਏਗਾ ਸਾਡੇ ਕੋਲ that will be equal to work done by variable forces ਹੁਣ ਅਸੀਂ ਵੇਰੀਏਬਲ ਫੋਰਸ ਬਾਰੇ ਜਿਹੜਾ ਹੈ ਵਰਕ ਡਨ ਨੂੰ ਆਪਾਂ ਡਿਸਕਸ ਕਰਾਂਗੇ ਤੇ ਇਹ ਜੋ ਕੁਝ ਮੈਂ ਇਹ 2 ਲੈਕਚਰ ਦੇ ਵਿੱਚ ਕਰਾਇਆ ਹੈ ਬੇਟਾ ਇਟ ਇਜ਼ all about work done ਇਹਦੀਆਂ ਜਿੰਨੀਆਂ ਵੀ ਐਗਜ਼ਾਮਪਲਸ ਨੇ ਉਹ ਮੈਂ ਰਿਟਨ ਵਿੱਚ ਤੁਹਾਨੂੰ ਜਿਹੜਾ ਹੈ ਨਾਲ ਦੇ ਨਾਲ ਉਹ ਸੈਂਡ ਕਰ ਦਾਂਗਾ ਤੁਸੀਂ ਉਥੋਂ ਉਹਨਾਂ ਨੂੰ ਜਿਹੜਾ ਹੈ ਨੋਟ ਕਰ ਲੈਣਾ ਤੇ ਜੋ ਮੈਂ ਤੁਹਾਨੂੰ ਸਮਝਾਇਆ ਇਥੋਂ ਤੁਸੀਂ ਇਹਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਸਮਝਣ ਦੀ ਕੋਸ਼ਿਸ਼ ਕਰਨਾ ਥੈਂਕ ਯੂ